ਵੈਲਕਮ ਸਟੂਡੈਂਟਸ। ਅੱਜ ਆਪਾਂ ਕਲਾਸ 10th ਫਿਜ਼ਿਕਸ ਦਾ ਫਸਟ ਚੈਪਟਰ ਸਟਾਰਟ ਕਰਦੇ ਹਾਂ, ਲਾਈਟ, ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਹਾਂਜੀ, ਫਸਟ ਡੈਫੀਨੇਸ਼ਨ ਦੇਖੋ, ਸੋਰਸ ਆਫ ਲਾਈਟ। ਅ ਸੋਰਸ ਆਫ ਲਾਈਟ ਇਜ਼ ਐਨ ਆਬਜੈਕਟ from which light is given out. Some sources of light are natural and many others are man-made sources. Sources of light ਇੱਕ ਇਸ ਤਰ੍ਹਾਂ ਦਾ ਆਪਣੇ ਕੋਲ ਆਬਜੈਕਟ ਆ ਜਿਸ ਦੇ ਵਿੱਚੋਂ ਆਪਣੇ ਕੋਲ ਲਾਈਟ ਬਾਹਰ ਨਿਕਲ ਰਹੀ ਹੋਵੇ। ਉਸ ਤਰ੍ਹਾਂ ਦੇ ਆਬਜੈਕਟਸ ਨੂੰ ਜਿਨ੍ਹਾਂ ਦੇ ਵਿੱਚੋਂ ਲਾਈਟ ਬਾਹਰ ਨਿਕਲ ਰਹੀ ਹੋਵੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੋਰਸਿਸ ਆਫ ਲਾਈਟ। ਕੁਝ ਸੋਰਸ ਆਪਣੇ ਕੋਲ ਮੈਨ ਮੇਡ ਹੁੰਦੇ ਨੇ ਅਤੇ ਕੁਝ ਸੋਰਸ ਆਪਣੇ ਹੁੰਦੇ ਨੇ ਨੈਚੁਰਲਸ। ਠੀਕ ਹੈ, ਟਾਈਪਸ ਕਿਹੜੇ ਹੁੰਦੇ ਨੇ ਸੋਰਸਿਸ ਦੀਆਂ? ਫਸਟ ਟਾਈਪ ਸੈਲਫ ਲਿਊਮੀਨਸ। A self-luminous source is that which possesses light of its own। ਜਿਨ੍ਹਾਂ ਦੀ ਆਪਣੀ ਖੁਦ ਦੀ ਲਾਈਟ ਹੋਵੇ, ਜਿਹੜੇ ਆਬਜੈਕਟਸ ਜਿਨ੍ਹਾਂ ਦੀ ਆਪਣੀ ਖੁਦ ਦੀ ਲਾਈਟ ਹੋਵੇ ਉਹਨਾਂ ਨੂੰ ਆਪਾਂ ਕਹਿੰਦੇ ਸੈਲਫ ਲਿਊਮੀਨਸ, ਫੋਰ ਐਗਜ਼ਾਮਪਲ ਸਨ। ਅਤੇ ਜਿਨ੍ਹਾਂ ਦੀ ਆਪਣੀ ਖੁਦ ਦੀ ਲਾਈਟ ਨਾ ਹੋਵੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਨੋਨ ਲਿਊਮੀਨਸ। ਠੀਕ ਹੈ, ਅ ਨੋਨ ਲਿਊਮੀਨਸ ਸੋਰਸ ਇਜ਼ ਦੈਟ ਵਿਚ ਡਜ਼ ਨਾਟ ਪੋਜੈਸਿਸ ਲਾਈਟ ਆਫ ਇਟਸ ਓਨ। ਜਿਨ੍ਹਾਂ ਦੀ ਆਪਣੀ ਖੁਦ ਦੀ ਲਾਈਟ ਨਹੀਂ ਹੁੰਦੀ ਉਹਨਾਂ ਨੂੰ ਆਪਾਂ ਕਹਿੰਦੇ ਨੋਨ ਲਿਊਮੀਨਸ ਸੋਰਸਿਸ ਆਫ ਲਾਈਟ। ਫੋਰ ਐਗਜ਼ਾਮਪਲ ਟੇਬਲ ਐਂਡ ਚੇਅਰ। ਠੀਕ ਹੈ, ਕਿਉਂਕਿ ਟੇਬਲ ਅਤੇ ਚੇਅਰ ਅਗਰ ਤੁਸੀਂ ਕਿਸੇ ਡਾਰਕ ਰੂਮ ਦੇ ਵਿੱਚ ਰੱਖ ਦਿਓ ਜਿੱਥੇ ਲਾਈਟ ਨਾ ਹੋਵੇ, ਜਦੋਂ ਤੁਸੀਂ ਉਸ ਰੂਮ ਦੇ ਵਿੱਚ ਐਂਟਰ ਕਰੋਗੇ ਤਾਂ ਤੁਹਾਨੂੰ ਟੇਬਲ ਅਤੇ ਚੇਅਰ ਨਹੀਂ ਦਿਖਾਈ ਦੇਣਗੇ, ਕਿਉਂਕਿ ਟੇਬਲ ਅਤੇ ਚੇਅਰਸ ਦੀ ਆਪਣੀ ਖੁਦ ਦੀ ਲਾਈਟ ਨਹੀਂ ਹੁੰਦੀ। ਤਾਂ ਇਸ ਤਰ੍ਹਾਂ ਦੇ ਆਬਜੈਕਟਸ ਨੂੰ ਆਪਾਂ ਕਹਿੰਦੇ ਹਾਂ ਨੋਨ ਲਿਊਮੀਨਸ ਸੋਰਸਿਸ ਆਫ ਲਾਈਟ। Next definition, medium. Medium is a substance through which light propagates or tries to do so. ਮੀਡੀਅਮ ਇੱਕ ਇਸ ਤਰ੍ਹਾਂ ਦਾ ਸਬਸਟੈਂਸ ਆ ਜਿਸ ਦੇ ਵਿੱਚ ਆਪਣੀ ਲਾਈਟ ਪਾਸ ਹੋ ਰਹੀ ਆ ਜਾਂ ਪਾਸ ਹੋਣ ਦੀ ਕੋਸ਼ਿਸ਼ ਕਰੇ। ਠੀਕ ਹੈ, ਮੀਡੀਅਮ ਸਮਝੋ ਇੱਕ ਇਹ ਮੀਡੀਅਮ ਆ, ਇੱਧਰੋਂ ਆਪਣੇ ਕੋਲ ਲਾਈਟ ਹੈ। ਅਗਰ ਇਹ ਲਾਈਟ ਤੁਹਾਡੀ ਇਸ ਮੀਡੀਅਮ ਦੇ ਵਿੱਚੋਂ ਪਾਸ ਹੋ ਜਾਵੇ, ਚਾਹੇ ਪਾਸ ਹੋਣ ਦੀ ਕੋਸ਼ਿਸ਼ ਕਰੇ, ਇਸ ਤਰ੍ਹਾਂ ਦੀ ਕੋਈ ਵੀ ਸਬਸਟੈਂਸ ਹੋਵੇ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਮੀਡੀਅਮ। ਠੀਕ ਹੈ, ਮੀਡੀਅਮ ਕਿਹੜੀ ਟਾਈਪ ਦਾ ਹੁੰਦਾ? ਤਿੰਨ ਟਾਈਪਸ ਦਾ ਹੁੰਦਾ ਆਪਣਾ, ਟਰਾਂਸਪੇਰੈਂਟ, ਟਰਾਂਸਲੂਸੈਂਟ ਐਂਡ ਓਪੇਕ। ਟਰਾਂਸਪੇਰੈਂਟ ਮੀਡੀਅਮ ਉਹ ਮੀਡੀਅਮ ਜਿਸ ਦੇ ਵਿੱਚੋਂ ਆਪਣੀ ਸਾਰੀ ਦੀ ਸਾਰੀ ਲਾਈਟ ਪ੍ਰੋਪੋਗੇਟਸ ਕਰਦੇ, ਮਤਲਬ ਪਾਸ ਕਰ ਜਾਵੇ ਉਸ ਮੀਡੀਅਮ ਦੇ ਵਿੱਚੋਂ। ਜਿਸ ਮੀਡੀਅਮ ਦੇ ਵਿੱਚੋਂ ਆਪਣੀ ਸਾਰੀ ਲਾਈਟ ਪਾਸ ਕਰ ਜਾਵੇ ਉਸ ਨੂੰ ਆਪਾਂ ਕਹਿੰਦੇ ਹਾਂ ਟਰਾਂਸਪੇਰੈਂਟ ਮੀਡੀਅਮ। ਫੋਰ ਐਗਜ਼ਾਮਪਲ ਏਅਰ ਐਂਡ ਵਾਟਰ। ਠੀਕ ਹੈ, ਇਹ ਮੀਡੀਅਮਸ ਦੇ ਵਿੱਚ ਆਪਣੇ ਕੋਲ ਲਾਈਟ ਸਾਰੀ ਪਾਸ ਕਰ ਜਾਂਦੀ ਆ, ਤਾਂ ਇਹਨੂੰ ਕਹਿੰਦੇ ਆਪਾਂ ਟਰਾਂਸਪੇਰੈਂਟ। ਨੈਕਸਟ ਹੈਗਾ ਟਰਾਂਸਲੂਸੈਂਟ। ਟਰਾਂਸਲੂਸੈਂਟ ਮੀਡੀਅਮ ਉਹ ਮੀਡੀਅਮ ਆ ਜਿਸ ਦੇ ਵਿੱਚ ਕੁਛ ਕੁ ਲਾਈਟ ਆਪਣੇ ਕੋਲ ਪਾਸ ਹੋ ਜਾਂਦੀ ਹੈ ਅਤੇ ਕੁਛ ਕੁ ਲਾਈਟ ਆਪਣੀ ਪਾਸ ਨਹੀਂ ਹੁੰਦੀ। ਫੋਰ ਐਗਜ਼ਾਮਪਲ ਪੇਪਰ। ਇੱਕ ਪੇਪਰ ਦੇ ਵਿੱਚ ਜਦੋਂ ਤੁਸੀਂ ਲਾਈਟ ਪਾਸ ਕਰਕੇ ਦੇਖੋਗੇ ਤਾਂ ਕੁਛ ਕੁ ਲਾਈਟ ਤੁਹਾਡੇ ਕੋਲ ਪਾਸ ਹੋ ਜੂਗੀ ਅਤੇ ਕੁਛ ਲਾਈਟ ਤੁਹਾਡੇ ਕੋਲ ਪਾਸ ਨਹੀਂ ਹੋਊਗੀ। ਪਾਰਸ਼ਲੀ ਪਾਸ ਹੁੰਦੀ, ਪਾਰਸ਼ਲੀ ਮੀਨਸ ਕੁਛ ਕੁ ਪਾਸ ਹੋ ਜਾਣੀ ਅਤੇ ਕੁਛ ਕੁ ਪਾਸ ਨਹੀਂ ਹੋਣੀ। ਇਹਨਾਂ ਨੂੰ ਆਪਾਂ ਕਹਿੰਦੇ ਹਾਂ ਟਰਾਂਸਲੂਸੈਂਟ ਮੀਡੀਅਮ। ਅਤੇ ਨੈਕਸਟ ਓਪੇਕ ਮੀਡੀਅਮ, ਜਿਸ ਦੇ ਵਿੱਚ ਤੁਹਾਡੇ ਕੋਲ ਬਿਲਕੁਲ ਵੀ ਲਾਈਟ ਪਾਸ ਨਾ ਹੋਵੇ, ਉਹ ਮੀਡੀਅਮ ਹੁੰਦੇ ਨੇ ਤੁਹਾਡੇ ਕੋਲ ਓਪੇਕ ਮੀਡੀਅਮ। ਇਟ ਇਜ਼ ਏ ਮੀਡੀਅਮ ਥਰੂ ਵਿਚ ਲਾਈਟ ਕੈਨ ਨੋਟ ਪ੍ਰੋਪੋਗੇਟ। ਫੋਰ ਐਗਜ਼ਾਮਪਲ ਵੁੱਡ। ਵੁੱਡ ਇੱਕ ਐਗਜ਼ਾਮਪਲ ਆ ਓਪੇਕ ਮੀਡੀਅਮ ਦੇ ਜਿਸ ਦੇ ਵਿੱਚ ਲਾਈਟ ਤੁਹਾਡੇ ਕੋਲ ਪਾਸ ਨਹੀਂ ਹੋਊਗੀ। ਨੈਕਸਟ ਰੇ। ਅ ਰੇ ਆਫ ਲਾਈਟ ਇਜ਼ ਦਾ ਸਟ੍ਰੇਟ ਲਾਈਨ ਪਾਥ ਅਲੋਂਗ ਵਿਚ ਲਾਈਟ ਟਰੈਵਲਸ। ਰੇ ਆਫ ਲਾਈਟ ਇਹ ਰਿਪਰਜੈਂਟ ਕਰਦੀਆਂ ਨੇ ਕਿ ਆਪਣੇ ਕੋਲ ਲਾਈਟ ਦੀ ਡਾਇਰੈਕਸ਼ਨ ਕਿੱਧਰ ਆ। ਜਿਵੇਂ ਕਿ ਹੁਣ ਇਹ ਆਬਜੈਕਟ ਆ, ਉਸ ਦੇ ਵਿੱਚੋਂ ਰੇਜ਼ ਨਿਕਲ ਰਹੀਆਂ ਨੇ, ਆਪਣਾ ਇਹ ਸਟ੍ਰੇਟ ਲਾਈਨ ਦੇ ਨਾਲ ਐਰੋ ਲਗਾਉਂਦਾ ਮੀਨਿੰਗ ਇਹ ਆ ਕਿ ਆਪਣੇ ਕੋਲ ਲਾਈਟ ਆਫ ਰੇਜ਼ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੀਆਂ ਨੇ। ਠੀਕ ਹੈ, ਅਤੇ ਇਟ ਇਜ਼ ਰਿਪਰਜੈਂਟਡ ਬਾਈ ਐਰੋ ਹੈਡ ਵਿਚ ਸ਼ੋਜ਼ ਦਾ ਡਾਇਰੈਕਸ਼ਨ ਆਫ ਦੀ ਲਾਈਟ। ਇਹ ਐਰੋ ਹੈਡ ਨਾਲ ਰਿਪਰਜੈਂਟ ਕਰਿਆ ਜਾਂਦਾ। ਐਰੋ ਹੈਡ ਰਿਪਰਜੈਂਟ ਕੀ ਕਰਦਾ? ਡਾਇਰੈਕਸ਼ਨ ਆਫ ਲਾਈਟ। ਨੈਕਸਟ ਰਿਫਲੈਕਸ਼ਨ ਆਫ ਲਾਈਟ। Reflection of light is the phenomena of bouncing back of light in the same medium on striking the surface of any object। अगर अपने को लाइट किसी भी ऑब्जेक्ट के उपर स्ट्राइक करे, समझो एक ऑब्जेक्ट आ, अगर लाइट अपने किसी भी ऑब्जेक्ट के उपर स्ट्राइक करे तो स्ट्राइक करने तो बाद बाउंस बैक कर जाए, मतलब बैक हो जाए उस मीडियम के विच लाइट, तो इस तरह की चीज़ आप कहते हैं रिफ्लैक्शन ऑफ लाइट। समझो देखो एक अपने को मीडियम सी एयर, एयर के विच एक अपने को लाइट आई ऑब्जैक्ट के स्ट्राइक करने तो बाद एयर के विच ही मूव कर गई, इस डायरैक्शन के विच आई तो इस डायरैक्शन के विच मूव कर गई, क्योंकि उपर भी एयर सी तो जी रिफ्लैक्शन हुई है, मतलब स्ट्राइक करके रे वापस गई है, वो भी थोड़े को एयर के विच ही आई। इस तरह के बाउंसिंग बैक फिनोमिना आप कह दें रिफ्लैक्शन ऑफ लाइट। ठीक है, इन रिफ्लैक्शन पाथ ऑफ लाइट रेज चेंजिज बट मीडियम कैन नॉट चेंज। रिफ्लैक्शन के अपना पाथ का रे का पाथ तो चेंज हो जाएगा बट अपना मीडियम चेंज नहीं होगा। जिमें कि तुम देख सकते हो इतों इंसीडेंट रे आई इस डायरैक्शन मूव करके पाथ चेंज हो गया बट अपना मीडियम चेंज नहीं होया। पहला भी मीडियम अपना एयर सी तो उस तो बाद भी मीडियम अपना एयर ही रहा रिफ्लैक्शन तो बाद। ठीक है, उस तो बाद अपनी मेन लॉ रिफ्लैक्शन ऑफ लाइट, लॉज ऑफ रिफ्लैक्शन ऑफ लाइट। रिफ्लैक्शन ऑफ लाइट दे टू लॉज ने। फर्स्ट लॉ देखो, अकॉर्डिंग टू दिस लॉ द इंसीडेंट रे, the reflected ray and the normal all lies in the same plane।
ਰਿਫਲੈਕਟਡ ਇਨਸੀਡੈਂਟ ਤੇ ਨਾਰਮਲ ਹਮੇਸ਼ਾ ਇੱਕੋ ਹੀ ਪਲੇਨ ਦੇ ਵਿੱਚ ਲਾਈ ਕਰਨਗੇ, ਠੀਕ ਹੈ। ਇਹ ਫਸਟ ਲਾਅ। ਸੈਕਿੰਡ ਲਾਅ, ਅਕੋਰਡਿੰਗ ਟੂ ਦਿਸ ਲਾਅ ਦ ਐਂਗਲ ਆਫ ਰਿਫਲੈਕਸ਼ਨ ਇਜ਼ ਆਲਵੇਜ਼ ਇਕੁਅਲ ਟੂ ਦੀ ਐਂਗਲ ਆਫ ਇਨਸੀਡੈਂਸ। ਐਂਗਲ ਆਫ ਰਿਫਲੈਕਸ਼ਨ ਤੇ ਐਂਗਲ ਆਫ ਇਨਸੀਡੈਂਟ ਹਮੇਸ਼ਾ ਇਕੁਅਲ ਬਣਨਗੇ। ਜਿਵੇਂ ਕਿ ਦੇਖੋ ਇੱਕ ਆਪਣੇ ਕੋਲ ਆਬਜੈਕਟ ਆ ਤੇ ਇਹ ਉਸ ਦਾ ਕੋਈ ਨਾਰਮਲ ਆਊਗਾ, ਠੀਕ ਹੈ। ਨਾਰਮਲ ਮੀਨਸ ਪਰਪੈਂਡੀਕੂਲਰ। ਇੱਕ ਇਨਸੀਡੈਂਟ ਰੇ ਆਈ ਜੋ ਕਿ ਨਾਰਮਲ ਨਾਲ ਆਪਣੇ ਕੋਲ ਐਂਗਲ 30 ਡਿਗਰੀ ਬਣਾ ਰਹੀ ਸੀ। ਇਸ ਆਬਜੈਕਟ 'ਤੇ ਸਟ੍ਰਾਈਕ ਕਰਨ ਤੋਂ ਬਾਅਦ ਜਿਹੜੀ ਬਾਊਂਸਿੰਗ ਬੈਕ ਆਫ ਲਾਈਟ ਹੋਊਗੀ ਉਹ ਵੀ ਨਾਰਮਲ ਦੇ ਨਾਲ ਆਪਣਾ 30 ਡਿਗਰੀ ਐਂਗਲ ਹੀ ਬਣਾਊਗੀ। ਇਹ ਆਪਣੇ ਕੋਲ ਐਂਗਲ ਆਫ ਸੈਕਿੰਡ ਲਾਅ ਆਫ ਰਿਫਲੈਕਸ਼ਨ, ਠੀਕ ਹੈ। ਰਿਫਲੈਕਸ਼ਨ ਦਾ ਸੈਕਿੰਡ ਲਾਅ ਇਹ ਕਹਿ ਰਿਹਾ ਕਿ ਐਂਗਲ ਆਫ ਇਨਸੀਡੈਂਟ ਤੇ ਐਂਗਲ ਆਫ ਰਿਫਲੈਕਸ਼ਨ ਆਲਵੇਜ਼ ਇਕੁਅਲ ਹੋਣਗੇ, ਜੋ ਕਿ ਤੁਹਾਡਾ ਨਾਰਮਲ ਨਾਲ ਬਣੂਗਾ, ਠੀਕ ਹੈ। ਇਹ ਦੋਨੋਂ ਲਾਅਸ ਬਹੁਤ ਇੰਪੋਰਟੈਂਟ ਨੇ ਜਦੋਂ ਕਿਉਂਕਿ ਆਪਾਂ ਇਮੇਜ ਫਾਰਮੇਸ਼ਨ ਕਰਾਂਗੇ, ਉਹਦੇ ਵਿੱਚ ਇਹੀ ਦੋ ਲਾਅਸ ਆਪਣੇ ਯੂਜ਼ ਹੋਣਗੇ ਹਮੇਸ਼ਾ, ਠੀਕ ਹੈ। ਨੈਕਸਟ ਦੇਖੋ, ਕਰੈਕਟਰਿਸਟਿਕਸ ਆਫ ਇਮੇਜਿਸ ਫੋਰਮਡ ਬਾਈ ਪਲੇਨ ਮਿਰਰ। ਪਲੇਨ ਮਿਰਰ ਨਾਲ ਜੋ ਇਮੇਜਿਸ ਬਣਦੀਆਂ ਨੇ ਉਹਨਾਂ ਦੀ ਕਰੈਕਟਰਿਸਟਿਕਸ ਕੀ ਹੁੰਦੀਆਂ, ਮਤਲਬ ਕਿਸ ਤਰ੍ਹਾਂ ਦੀ ਇਮੇਜਿਸ ਬਣਨਗੀਆਂ। ਦ ਇਮੇਜ ਆਫ ਏ ਰੀਅਲ ਆਬਜੈਕਟ ਇਜ਼ ਆਲਵੇਜ਼ ਵਰਚੁਅਲ। ਹਰੇਕ ਪਲੇਨ ਮਿਰਰ ਦੇ ਅੱਗੇ ਜਦੋਂ ਆਪਾਂ ਕੋਈ ਆਬਜੈਕਟ ਰੱਖਾਂਗੇ ਤਾਂ ਉਸ ਦੀ ਇਮੇਜ ਹਮੇਸ਼ਾ ਵਰਚੁਅਲ ਬਣੂਗੀ। ਵਰਚੁਅਲ ਮੀਨਸ ਕਿ ਮਿਰਰ ਦੇ ਬੈਕ 'ਤੇ ਬਣੂਗੀ। ਮਿਰਰ ਦੇ ਬੈਕ 'ਤੇ ਅਗਰ ਇਮੇਜ ਬਣੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਵਰਚੁਅਲ ਇਮੇਜ। ਅਗਰ ਆਪਣੇ ਆਬਜੈਕਟ ਦੀ ਸਾਈਡ 'ਤੇ ਹੀ ਇਮੇਜ ਬਣ ਜਾਵੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਰੀਅਲ ਇਮੇਜ, ਠੀਕ ਹੈ। ਅਗਰ ਆਪਣੇ ਕੋਲ ਇਮੇਜ ਮਿਰਰ ਦੇ ਬੈਕ 'ਤੇ ਬਣੀ ਤਾਂ ਉਹ ਹੋਊਗੀ ਵਰਚੁਅਲ। ਅਗਰ ਆਬਜੈਕਟ ਦੀ ਸਾਈਡ 'ਤੇ ਬਣ ਜਾਵੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਰੀਅਲ, ਕਿਉਂਕਿ ਹਮੇਸ਼ਾ ਪਲੇਨ ਮਿਰਰ ਇਮੇਜ ਕਿਹੜੀ ਬਣਾਉਂਦਾ, ਆਪਣੀ ਵਰਚੁਅਲ ਇਮੇਜ। ਤਾਂ ਫਸਟ ਕਰੈਕਟਰਿਸਟਿਕ ਹੋਗੀ ਦ ਇਮੇਜ ਆਫ ਏ ਰੀਅਲ ਆਬਜੈਕਟ ਇਜ਼ ਆਲਵੇਜ਼ ਵਰਚੁਅਲ। ਦ ਇਮੇਜ ਨੈਕਸਟ characteristics, the image formed in a plane mirror is always erect। ਜੋ ਵੀ ਇਮੇਜ ਆਪਣੇ ਕੋਲ ਬਣੂਗੀ ਪਲੇਨ ਮਿਰਰ ਦੀ ਉਹ ਹਮੇਸ਼ਾ ਇਰੈਕਟ ਹੋਊਗੀ। ਇਰੈਕਟ ਮੀਨਸ ਜਿਵੇਂ ਕਿ ਦੇਖੋ ਆਪਣੇ ਕੋਲ ਮਿਰਰ ਆ ਅਤੇ ਇਹ ਆਬਜੈਕਟ ਆ, ਜਿਵੇਂ ਆਬਜੈਕਟ ਪਿਆ ਸੀ ਉਸ ਤਰ੍ਹਾਂ ਦੀ ਹੀ ਇਮੇਜ ਹੋਊਗੀ। ਮਤਲਬ ਕਿ ਆਪਣੇ ਕੋਲ ਇਮੇਜ ਪੁੱਠੀ ਨਹੀਂ ਬਣੂਗੀ। ਅਗਰ ਪੁੱਠੀ ਬਣੇ ਤਾਂ ਉਸ ਨੂੰ ਇਰੈਕਟ ਨਹੀਂ ਕਹਾਂਗੇ, ਉਸ ਦਾ ਨੇਮ ਆਪਾਂ ਨੈਕਸਟ ਟੌਪਿਕਸ ਦੇ ਵਿੱਚ ਚੈੱਕ ਕਰਾਂਗੇ। ਪਲੇਨ ਮਿਰਰ ਦੀ ਹਮੇਸ਼ਾ ਇਮੇਜ ਆਪਣੀ ਇਰੈਕਟ ਬਣੂਗੀ। ਜੇ ਆਬਜੈਕਟ ਸਿੱਧਾ ਤਾਂ ਉਸ ਦੀ ਇਮੇਜ ਵੀ ਸਿੱਧੀ ਹੀ ਬਣੂਗੀ, ਤਾਂ ਉਸ ਨੂੰ ਕਹਿੰਦੇ ਆਪਾਂ ਇਰੈਕਟ, ਠੀਕ ਹੈ। ਦ ਇਮੇਜ ਫਾਰਮਡ ਇਨ ਏ ਪਲੇਨ ਮਿਰਰ ਇਜ਼ ਆਲਵੇਜ਼ ਇਰੈਕਟ। ਹਾਂਜੀ, ਥਰਡ ਕਰੈਕਟਰਿਸਟਿਕ, ਦ ਸਾਈਜ਼ ਆਫ ਇਮੇਜ ਇਨ ਏ ਪਲੇਨ ਮਿਰਰ ਇਜ਼ ਆਲਵੇਜ਼ ਦ ਸੇਮ ਐਜ਼ ਦੀ ਸਾਈਜ਼ ਆਫ ਆਬਜੈਕਟ। ਜਿਵੇਂ ਕਿ ਦੇਖੋ ਇਹੀ ਐਗਜ਼ਾਮਪਲ ਦੇਖ ਲੈਂਦੇ ਆਪਾਂ। ਇੱਕ ਅਬ ਤੁਹਾਡੇ ਕੋਲ ਆਬਜੈਕਟ ਲੈਟ ਕਰ ਲਓ, ਉਸ ਆਬਜੈਕਟ ਦੀ ਹਾਈਟ ਤੁਹਾਡੇ ਕੋਲ ਹੈਗੀ 5 ਸੈਂਟੀਮੀਟਰ। ਉਸ ਆਬਜੈਕਟ ਦੀ ਹਾਈਟ ਹੈਗੀ ਤੁਹਾਡੇ ਕੋਲ 5 ਸੈਂਟੀਮੀਟਰ ਅਤੇ ਉਸ ਦੀ ਜਦੋਂ ਤੁਸੀਂ ਇਮੇਜ ਚੈੱਕ ਕਰੋਗੇ ਤਾਂ ਇਮੇਜ ਦੀ ਵੀ ਹਾਈਟ ਤੁਹਾਡੇ ਕੋਲ ਆਊਗੀ 5 ਸੈਂਟੀਮੀਟਰ, ਠੀਕ ਹੈ। ਦੋਨੋਂ ਆਬਜੈਕਟਸ ਅਤੇ ਸਾਈਜ਼, ਆਬਜੈਕਟ ਐਂਡ ਇਮੇਜ ਦੋਨੋਂ ਦਾ ਸਾਈਜ਼ ਹਮੇਸ਼ਾ ਆਪਣਾ ਇਕੁਅਲ ਹੋਊਗਾ। ਇਹ ਤੁਹਾਡੇ ਕੋਲ ਥਰਡ ਕਰੈਕਟਰਿਸਟਿਕ ਸੋਰੀ ਦ ਸਾਈਜ਼ ਆਫ ਇਮੇਜ ਇਨ ਦ ਪਲੇਨ ਮਿਰਰ ਇਜ਼ ਆਲਵੇਜ਼ ਸੇਮ ਐਜ਼ ਦੀ ਸਾਈਜ਼ ਆਫ ਆਬਜੈਕਟ। ਹਮੇਸ਼ਾ ਸਾਈਜ਼ ਤੁਹਾਡਾ ਇਕੁਅਲ ਹੋਊਗਾ। ਅਤੇ ਫੋਰਥ ਕਰੈਕਟਰਿਸਟਿਕ, ਦ ਡਿਸਟੈਂਸ ਬਿਟਵੀਨ ਆਬਜੈਕਟ ਟੂ ਮਿਰਰ ਐਂਡ ਮਿਰਰ ਟੂ ਇਮੇਜ ਇਜ਼ ਆਲਵੇਜ਼ ਸੇਮ। ਅਗਰ ਤੁਹਾਡੇ ਕੋਲ ਕੋਈ ਮਿਰਰ ਆ ਅਤੇ ਇਹ ਤੁਹਾਡੇ ਕੋਲ ਹੈਗਾ ਆਬਜੈਕਟ ਅਤੇ ਇੱਧਰ ਤੁਹਾਡੇ ਕੋਲ ਇਮੇਜ, ਮਿਰਰ ਅਤੇ ਆਬਜੈਕਟ ਦਾ ਡਿਸਟੈਂਸ ਜਿੰਨਾ ਵੀ ਹੋਊਗਾ, ਜਿਵੇਂ ਕਿ ਲੈਟ ਕਰ ਲਓ ਤੁਸੀਂ 2 ਸੈਂਟੀਮੀਟਰ ਤੁਹਾਡਾ ਡਿਸਟੈਂਸ ਆ ਮਿਰਰ ਅਤੇ ਆਬਜੈਕਟ ਦਾ, ਤਾਂ ਮਿਰਰ ਅਤੇ ਇਮੇਜ ਦਾ ਵੀ ਡਿਸਟੈਂਸ ਤੁਹਾਡਾ 2 ਸੈਂਟੀਮੀਟਰ ਹੀ ਹੋਊਗਾ, ਠੀਕ ਹੈ। ਡਿਸਟੈਂਸ ਬਿਟਵੀਨ ਮਿਰਰ ਟੂ ਆਬਜੈਕਟ ਐਂਡ ਮਿਰਰ ਟੂ ਇਮੇਜ ਇਜ਼ ਆਲਵੇਜ਼ ਇਕੁਅਲ, ਹਮੇਸ਼ਾ ਇਕੁਅਲ ਹੋਣਗੇ, ਠੀਕ ਹੈ। ਫਿਫਥ ਕਰੈਕਟਰਿਸਟਿਕ, ਦ ਇਮੇਜ ਫਾਰਮਡ ਇਨ ਏ ਪਲੇਨ ਮਿਰਰ ਇਜ਼ ਲੈਟਰਲੀ ਇਨਵਰਟਡ, that is left side of the object becomes the right side of the image। ਹਮੇਸ਼ਾ ਆਪਣੇ ਕੋਲ ਪਲੇਨ ਮਿਰਰ ਲੈਟਰਲੀ ਇਨਵਰਟਡ ਇਮੇਜ ਬਣਾਊਗਾ। ਲੈਟਰਲੀ ਇਨਵਰਟਡ ਇਮੇਜ ਮੀਨਸ ਅਗਰ ਆਪਾਂ ਕਿਸੇ ਵੀ ਪਲੇਨ ਮਿਰਰ ਦੇ ਅੱਗੇ ਖੜ੍ਹੇ ਹਾਂ, ਅਗਰ ਆਪਾਂ ਆਬਜੈਕਟ ਦਾ ਰਾਈਟ ਸਾਈਡ ਹੋਵੇ ਤਾਂ ਇਮੇਜ ਦੇ ਵਿੱਚ ਆਪਾਂ ਨੂੰ ਉਸਦਾ ਲੈਫਟ ਸਾਈਡ ਸ਼ੋ ਹੋਊਗਾ। ਅਗਰ ਆਬਜੈਕਟ ਦਾ ਆਪਣੇ ਕੋਲ ਲੈਫਟ ਸਾਈਡ ਹੋਵੇ ਤਾਂ ਮਿਰਰ ਦੇ ਵਿੱਚ ਉਸਦਾ ਰਾਈਟ ਸਾਈਡ ਸ਼ੋ ਹੋਊਗਾ, ਠੀਕ ਹੈ, ਰਾਈਟ ਹੈਂਡ ਸਾਈਡ ਸ਼ੋ ਹੋਊਗਾ। ਇਹ ਹੁੰਦਾ ਤੁਹਾਡੇ ਕੋਲ ਲੈਟਰਲੀ ਇਨਵਰਟਡ। ਜੇ ਅਗਰ ਇਮੇਜ ਆਪਣੇ ਕੋਲ ਸਿੱਧੀ ਹੋਵੇ ਬਟ ਉਸ ਦੇ ਲੈਫਟ ਅਤੇ ਰਾਈਟ ਦੇ ਕੰਬੀਨੇਸ਼ਨ ਚੇਂਜ ਹੋ ਜਾਂਦਾ, ਜੋ ਆਪਣੇ ਕੋਲ ਲੈਫਟ ਹੋਵੇ ਮਿਰਰ ਦੇ ਵਿੱਚ ਰਾਈਟ ਦਿਖਾਈ ਦੇਵੇ, ਜੇ ਆਪਣਾ ਆਬਜੈਕਟ ਦੇ ਵਿੱਚ ਰਾਈਟ ਹੋਵੇ ਤਾਂ ਮਿਰਰ ਦੇ ਵਿੱਚ ਲੈਫਟ ਦਿਖਾਈ ਦੇਵੇ। ਇਸ ਤਰ੍ਹਾਂ ਦੇ ਆਪਾਂ ਕ੍ਰਾਈਟੇਰੀਆ ਨੂੰ ਕਹਿੰਦੇ ਹਾਂ ਲੈਟਰਲੀ ਇਨਵਰਜਨ, ਠੀਕ ਹੈ। ਥੈਂਕ ਯੂ ਸੋ ਮਚ।